ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ, ਅਸੀਂ ਰੋਜ਼ਿਆਂ ਦੇ ਪਹਿਲੇ ਹਫਤੇ ਵਿੱਚ ਹਾਂ। ਅਸੀਂ ਪਹਿਲੇ ਰੋਜ਼ੇ ਦੇ ਪਹਿਲੇ ਪਾਠ ਨੂੰ ਯਾਦ ਕਰੀਏ ਜੋ ਯੋਇਲ ਨਬੀ ਦੀ ਪੁਸਤਕ ਵਿੱਚੋਂ ਲਿਆ ਗਿਆ ਸੀ, ਉਸ ਦੇ ਦੂਸਰੇ ਅਧਿਆਇ ਵਿੱਚੋਂ। ਉਹਦਾ ਵਚਨ ਸੀ ਕਿ ਮੇਰੇ ਕੋਲ ਵਰਤ ਰੱਖਦੇ ਹੋਏ, ਪਛਤਾਵਾ ਕਰਦੇ ਹੋਏ, ਰੋਂਦੇ ਹੋਏ ਵਾਪਸ ਮੁੜੋ। ਆਪਣੇ ਕੱਪੜੇ ਨਹੀਂ, ਸਗੋਂ ਆਪਣੇ ਦਿਲਾਂ 'ਤੇ ਧਿਆਨ ਦੇਵੋ, ਆਪਣੇ ਦਿਲਾਂ ਨੂੰ ਸੁਧਾਰੋ। ਇਹ ਰੋਜ਼ਾਂ ਦਾ ਸਮਾਂ ਜੋ ਅਸੀਂ ਸ਼ੁਰੂ ਕੀਤਾ ਹੈ, ਆਓ ਅਸੀਂ ਖਾਸ ਤੌਰ 'ਤੇ ਆਪਣੇ ਆਪ ਦੇ ਵੱਲ ਧਿਆਨ ਦਈਏ। ਅਸੀਂ ਕਿੰਨਾ ਕੁ ਪ੍ਰਭੂ ਦੇ ਨੇੜੇ ਹਾਂ, ਕਿੰਨਾ ਕੁ ਅਸੀਂ ਪ੍ਰਭੂ ਦੇ ਹੁਕਮਾਂ ਦੇ ਅਨੁਸਾਰ ਚੱਲਦੇ ਹਾਂ। ਰੋਜ਼ਾਂ ਦਾ ਸਮਾਂ ਸਾਡੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਲ ਆਪਣੀ ਸਲੀਬ ਚੁੱਕ ਕੇ ਉਸ ਦੇ ਪਿੱਛੇ ਪਿੱਛੇ ਚੱਲਣ ਦਾ ਇੱਕ ਮੌਕਾ ਹੈ। ਜੇਕਰ ਅਸੀਂ ਉਸ ਦੀ ਸਲੀਬ ਨੂੰ ਚੁੱਕ ਕੇ ਉਸ ਦੇ ਪਿੱਛੇ ਚੱਲਦੇ ਹਾਂ ਤਾਂ ਅਸੀਂ ਵੇਖਣਾ ਕਿ ਅਸੀਂ ਕਿੰਨੇ ਕੁ ਪ੍ਰਭੂ ਦੇ ਨੇੜੇ ਹਾਂ। ਜੇਕਰ ਪ੍ਰਭੂ ਤੋਂ ਦੂਰ ਹਾਂ ਤਾਂ ਇਸ ਦਾ ਮਤਲਬ ਅਸੀਂ ਚੰਗੇ ਪੈਰੋਕਾਰ ਨਹੀਂ ਹਾਂ। ਪ੍ਰਭੂ ਸਾਨੂੰ ਇਹ ਚਾਹੁੰਦਾ ਹੈ ਸਾਡੇ ਕੋਲੋਂ ਕਿ ਅਸੀਂ ਆਪਣੀ ਸਲੀਬ ਚੁੱਕੀਏ, ਆਪਣੀਆਂ ਬੁਰਾਈਆਂ ਦਾ ਤਿਆਗ ਕਰੀਏ ਅਤੇ ਕੁਰਬਾਨੀਆਂ ਕਰਦੇ ਹੋਏ ਇਸ ਸਲੀਬ ਨੂੰ ਚੁੱਕਦੇ ਹੋਏ ਪ੍ਰਭੂ ਯਿਸੂ ਦੇ ਨਾਲ ਕਲਵਰੀ ਪਹਾੜ ਯਰੂਸ਼ਲਮ ਤੱਕ ਚੱਲੀਏ। ਇਹ ਰੋਜ਼ਾਂ ਦਾ ਜੋ ਖਾਸ ਸਮਾਂ ਹੈ, ਇਸ ਵਿੱਚ ਅਸੀਂ ਆਪਣੇ ਆਪ ਦੇ ਸੁਧਾਰ ਦੇ ਲਈ, ਆਪਣੀਆਂ ਬੁਰਾਈਆਂ ਨੂੰ ਛੱਡਣ ਦੇ ਲਈ, ਆਪਣੇ ਆਪ ਨੂੰ ਹੋਰ ਪ੍ਰਭੂ ਦੇ ਨੇੜੇ ਲੈ ਕੇ ਆਉਣ ਦੇ ਲਈ ਇਸ ਕੰਮ ਲਈ ਅਸੀਂ ਪ੍ਰਾਰਥਨਾ ਕਰੀਏ। ਆਓ ਅਸੀਂ ਇਸ ਤੋਂ ਪਹਿਲਾਂ ਕਿ ਇਹਨਾਂ ਪਵਿੱਤਰ ਪਿਦਾਂ ਵਿੱਚ ਸ਼ਾਮਲ ਹੋਈਏ, ਇੱਕ ਵਾਰ ਫਿਰ ਆਪਣੀ ਅੰਤਰਾਤਮਾ ਨੂੰ, ਆਪਣੀਆਂ ਸੋਚਾਂ ਵਿਚਾਰਾਂ ਨੂੰ, ਕੀਤੇ ਗਲਤੀਆਂ ਗੁਨਾਹਾਂ ਨੂੰ ਜਾਂਚੀਏ, ਪ੍ਰਭੂ ਕੋ ਮਾਫੀ ਮੰਗੀਏ ਅਤੇ ਪਛਤਾਏ ਪਰ ਦਿਲ ਨਾਲ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਮੁਕਤੀ ਦਾਤਾ, ਸਾਡੇ ਮਨਾਂ ਨੂੰ ਬਦਲ ਕੇ ਆਪਣੇ ਵੱਲ ਲਿਆ ਅਤੇ ਸਵਰਗੀ ਸਿੱਖਿਆ ਨਾਲ ਸਾਡੇ ਮਨਾਂ ਨੂੰ ਰੌਸ਼ਨ ਕਰ
ਤਾਂ ਜੋ ਅਸੀਂ ਰੋਜ਼ਿਆਂ ਦੇ ਕੰਮਾਂ ਦਾ ਲਾਭ ਉਠਾ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਲੇਵੀਆਂ ਦੀ ਪੁਸਤਕ ਉਸ ਦਾ 19 ਬਾਬ 1 ਤੋਂ 2, 11 ਤੋਂ 18 ਆਇਤ ਤੱਕ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇਸਰਾਏਲੀ ਲੋਕਾਂ ਨੂੰ ਕਹਿ ਕਿ ਉਹ ਪਵਿੱਤਰ ਰਹਿਣ, ਕਿਉਂਕਿ ਮੈਂ ਉਹਨਾਂ ਦਾ ਪਰਮੇਸ਼ਵਰ ਪ੍ਰਭੂ ਪਵਿੱਤਰ ਹਾਂ। ਤੁਸੀਂ ਨਾ ਚੋਰੀ ਕਰਨਾ, ਨਾ ਧੋਖਾ ਦੇਣਾ ਅਤੇ ਨਾ ਝੂਠ ਬੋਲਣਾ। ਨਾ ਹੀ ਤੁਸੀਂ ਮੇਰੇ ਨਾਂ ਦੀ ਝੂਠੀ ਸਹੁੰ ਚੁੱਕ ਕੇ ਮੇਰੇ ਨਾਂ ਨੂੰ ਬਦਨਾਮ ਕਰਨਾ। ਮੈਂ ਪ੍ਰਭੂ ਤੁਹਾਡਾ ਪਰਮੇਸ਼ਵਰ ਹਾਂ। ਤੁਸੀਂ ਨਾ ਕਿਸੇ ਤੇ ਅਤਿਆਚਾਰ ਕਰਨਾ ਅਤੇ ਨਾ ਹੀ ਕਿਸੇ ਨੂੰ ਲੁੱਟਣਾ। ਕਿਸੇ ਮਜ਼ਦੂਰ ਦੀ ਮਜ਼ਦੂਰੀ ਤੁਸੀਂ ਇੱਕ ਦਿਨ ਤੱਕ ਵੀ ਨਾ ਰੱਖਣਾ। ਤੁਸੀਂ ਨਾ ਬੋਲੇ ਮਨੁੱਖ ਨੂੰ ਸਤਾਉਣਾ ਅਤੇ ਨਾ ਹੀ ਅੰਨੇ ਦੇ ਰਾਹ ਵਿੱਚ ਕੁਝ ਰੱਖਣਾ। ਤੁਸੀਂ ਮੇਰਾ ਡਰ ਰੱਖਣਾ, ਕਿਉਂਕਿ ਮੈਂ ਪ੍ਰਭੂ ਤੁਹਾਡਾ ਪਰਮੇਸ਼ਵਰ ਹਾਂ। ਤੁਸੀਂ ਨਿਆਂ ਕਰਦੇ ਸਮੇਂ ਅਨਿਆਂ ਨਾ ਕਰਨਾ ਅਤੇ ਨਾ ਹੀ ਗਰੀਬ ਜਾਂ ਅਮੀਰ ਦਾ ਪੱਖ ਲੈਣਾ। ਸਗੋਂ ਤੁਸੀਂ ਸੱਚ ਦੇ ਆਧਾਰ ਤੇ ਫੈਸਲਾ ਦੇਣਾ। ਤੁਸੀਂ ਝੂਠੀਆਂ ਅਫਵਾਹਾਂ ਨਾ ਉਡਾਉਣਾ ਅਤੇ ਨਾ ਹੀ ਕਿਸੇ ਦੀ ਜਾਨ ਦੇ ਵਿਰੁੱਧ ਜਾਣਬੁੱਝ ਕੇ ਝੂਠ ਬੋਲਣਾ। ਮੈਂ ਪ੍ਰਭੂ ਹਾਂ। ਤੁਸੀਂ ਕਿਸੇ ਨੂੰ ਘਿਰਣਾ ਨਾ ਕਰਨਾ ਕਿ ਤੁਸੀਂ ਉਸ ਦੇ ਕਾਰਨ ਹੀ ਪਾਪ ਕਰੋ। ਨਾ ਹੀ ਤੁਸੀਂ ਕਿਸੇ ਤੋਂ ਬਦਲਾ ਲੈਣਾ, ਸਗੋਂ ਤੁਸੀਂ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰਨਾ। ਮੈਂ ਪ੍ਰਭੂ ਹਾਂ। ਇਹ ਪ੍ਰਭੂ ਦੀ ਪਵਿੱਤਰ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਜ਼ਬੂਰ ਅਨੁਵਚਨ। ਐ ਪ੍ਰਭੂ ਤੁਹਾਡੇ ਵਚਨ ਰੂਹ ਅਤੇ ਜੀਵਨ ਹਨ। ਪ੍ਰਭੂ ਦੀ ਵਿਵਸਥਾ ਪੂਰਨ ਹੈ। ਉਹ ਨਵੇਂ ਜੀਵਨ ਦਾ ਸੋਮਾ ਹੈ। ਉਸ ਦੀ ਸਾਖੀ ਭਰੋਸੇ ਯੋਗ ਹੈ। ਉਹ ਬੁੱਧੀਹੀਨ ਨੂੰ ਬੁੱਧੀ ਦੇਣ ਵਾਲੀ ਹੈ। ਅਨੁਵਚਨ। ਐ ਪ੍ਰਭੂ ਤੁਹਾਡੇ ਵਚਨ ਰੂਹ ਅਤੇ ਜੀਵਨ ਹਨ। ਪ੍ਰਭੂ ਦੀਆਂ ਸਿੱਖਿਆਵਾਂ ਭਲੀਆਂ ਹਨ। ਉਹ ਮਨ ਨੂੰ ਚੰਗੀਆਂ ਲੱਗਦੀਆਂ ਹਨ। ਪ੍ਰਭੂ ਦੇ ਹੁਕਮ ਸ਼ੁੱਧ ਹਨ। ਉਹ ਅੱਖਾਂ ਨੂੰ ਚਾਨਣ ਦਿੰਦੇ ਹਨ। ਅਨੁਵਚਨ। ਐ ਪ੍ਰਭੂ ਤੁਹਾਡੇ ਵਚਨ ਰੂਹ ਅਤੇ ਜੀਵਨ ਹਨ। ਪ੍ਰਭੂ ਦਾ ਡਰ ਸਾਫ਼ ਹੈ। ਉਹ ਹਮੇਸ਼ਾ ਤੱਕ ਰਹਿੰਦਾ ਹੈ। ਪ੍ਰਭੂ ਦੇ ਨਿਯਮ ਸੱਚੇ ਹਨ। ਉਹ ਭਲਾਈ ਦਾ ਸੋਮਾ ਹਨ। ਅਨੁਵਚਨ। ਐ ਪ੍ਰਭੂ ਤੁਹਾਡੇ ਵਚਨ ਰੂਹ ਅਤੇ ਜੀਵਨ ਹਨ। ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦੇ ਵਿਚਾਰ ਤੇਰੇ ਹਜ਼ੂਰ ਮੰਨਣਯੋਗ ਹੋਣ। ਐ ਪ੍ਰਭੂ ਮੇਰੀ ਚਟਾਨ ਅਤੇ ਮੇਰੇ ਛੁਡਾਉਣ ਵਾਲੇ। ਅਨੁਵਚਨ। ਐ ਪ੍ਰਭੂ ਤੁਹਾਡੇ ਵਚਨ ਰੂਹ ਅਤੇ ਜੀਵਨ ਹਨ। ਜੈਕਾਰਾ। ਐ ਮਸੀਹਾ ਤੇਰੀ ਵਡਿਆਈ ਅਤੇ ਉਸਤਤ ਹੋਵੇ। ਐ ਮਸੀਹਾ ਤੇਰੀ ਵਡਿਆਈ ਅਤੇ ਉਸਤਤ ਹੋਵੇ। ਦੇਖੋ ਹੁਣ ਮਨ ਭਾਉਂਦਾ ਸਮਾਂ ਹੈ। ਦੇਖੋ ਇਹ ਮੁਕਤੀ ਦਾ ਦਿਨ ਹੈ। ਅਨੁਵਚਨ। ਐ ਮਸੀਹਾ ਤੇਰੀ ਵਡਿਆਈ ਅਤੇ ਉਸਤਤ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਮਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 25 ਅਧਿਆਏ 31 ਤੋਂ 46 ਆਇਤ। ਜਦੋਂ ਮਨੁੱਖ ਦਾ ਪੁੱਤਰ ਆਪਣੀ ਸ਼ਾਨ ਵਿੱਚ ਅਤੇ ਸਾਰੇ ਫਰਿਸ਼ਤਿਆਂ ਦੇ ਨਾਲ ਆਵੇਗਾ ਤਾਂ ਉਹ ਆਪਣੇ ਜਲਾਲੀ ਸਿੰਘਾਸਨ ਉੱਤੇ ਬੈਠਾ ਹੋਵੇਗਾ। ਸਭ ਕੌਮਾਂ ਉਹਦੇ ਸਾਹਮਣੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਚਰਵਾਹਾ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਾ ਕਰਦਾ ਹੈ,
ਉਸੇ ਤਰ੍ਹਾਂ ਉਹ ਉਹਨਾਂ ਨੂੰ ਇੱਕ ਦੂਜੇ ਤੋਂ ਵੱਖ ਕਰੇਗਾ। ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਖੜਾ ਕਰੇਗਾ। ਫਿਰ ਰਾਜਾ ਆਪਣੇ ਸੱਜੇ ਪਾਸੇ ਦੇ ਲੋਕਾਂ ਨੂੰ ਕਹੇਗਾ, ਮੇਰੇ ਬਾਪ ਦੇ ਮੁਬਾਰਕ ਲੋਕੋ, ਆਵੋ ਅਤੇ ਉਸ ਰਾਜ ਦੇ ਅਧਿਕਾਰੀ ਬਣੋ ਜੋ ਤੁਹਾਡੇ ਲਈ ਸੰਸਾਰ ਦੇ ਆਰੰਭ ਤੋਂ ਤਿਆਰ ਕੀਤਾ ਗਿਆ ਹੈ। ਕਿਉਂਕਿ ਮੈਂ ਭੁੱਖਾ ਸਾਂ ਅਤੇ ਤੁਸੀਂ ਮੈਨੂੰ ਭੋਜਨ ਦਿੱਤਾ, ਮੈਂ ਪਿਆਸਾ ਸਾਂ ਅਤੇ ਤੁਸੀਂ ਮੈਨੂੰ ਪੀਣ ਲਈ ਦਿੱਤਾ, ਮੈਂ ਅਜਨਬੀ ਸਾਂ ਅਤੇ ਤੁਸਾਂ ਮੇਰਾ ਸਵਾਗਤ ਕੀਤਾ, ਮੈਂ ਨੰਗਾ ਸਾਂ ਅਤੇ ਤੁਸਾਂ ਮੈਨੂੰ ਕੱਪੜੇ ਨਾਲ ਕੱਜਿਆ, ਮੈਂ ਬਿਮਾਰ ਸਾਂ ਅਤੇ ਤੁਸੀਂ ਮੈਨੂੰ ਮਿਲਣ ਲਈ ਆਏ, ਮੈਂ ਕੈਦ ਵਿੱਚ ਸਾਂ ਅਤੇ ਤੁਸੀਂ ਮੇਰੇ ਕੋਲ ਆਏ। ਤਦ ਧਰਮੀ ਉਸ ਨੂੰ ਉੱਤਰ ਦੇਣਗੇ, ਪ੍ਰਭੂ, ਅਸੀਂ ਕਦੋਂ ਤੁਹਾਨੂੰ ਭੁੱਖਾ ਵੇਖਿਆ ਅਤੇ ਭੋਜਨ ਦਿੱਤਾ, ਜਾਂ ਪਿਆਸਾ ਵੇਖਿਆ ਅਤੇ ਪੀਣ ਲਈ ਦਿੱਤਾ? ਅਸੀਂ ਕਦੋਂ ਤੁਹਾਨੂੰ ਅਜਨਬੀ ਵੇਖਿਆ ਅਤੇ ਤੁਹਾਡਾ ਸਵਾਗਤ ਕੀਤਾ, ਜਾਂ ਨੰਗਾ ਵੇਖਿਆ ਅਤੇ ਤੁਹਾਨੂੰ ਕੱਪੜਿਆਂ ਨਾਲ ਕੱਜਿਆ? ਅਸੀਂ ਕਦੋਂ ਤੁਹਾਨੂੰ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਨੂੰ ਮਿਲਣ ਲਈ ਆਏ? ਰਾਜਾ ਉਹਨਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਦੋਂ ਤੁਸੀਂ ਇਹਨਾਂ ਮੇਰੇ ਭੈਣ ਭਰਾਵਾਂ ਵਿੱਚੋਂ ਛੋਟੇ ਤੋਂ ਛੋਟੇ ਕਿਸੇ ਇੱਕ ਲਈ ਇੰਜ ਕੀਤਾ, ਤਾਂ ਉਹ ਤੁਸੀਂ ਮੇਰੇ ਲਈ ਕੀਤਾ। ਫਿਰ ਉਹ ਆਪਣੇ ਖੱਬੇ ਪਾਸੇ ਦੇ ਲੋਕਾਂ ਨੂੰ ਕਹੇਗਾ, ਮੇਰੇ ਸਾਹਮਣੇ ਦੂਰ ਹੋ ਜਾਵੋ ਐ ਸਰਾਪਿਓ, ਉਸ ਅਨੰਤ ਅੱਗ ਵਿੱਚ ਚਲੇ ਜਾਵੋ ਜੋ ਸ਼ੈਤਾਨ ਅਤੇ ਉਹਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ। ਕਿਉਂਕਿ ਮੈਂ ਭੁੱਖਾ ਸਾਂ ਅਤੇ ਤੁਸੀਂ ਮੈਨੂੰ ਭੋਜਨ ਨਾ ਦਿੱਤਾ, ਮੈਂ ਪਿਆਸਾ ਸਾਂ ਅਤੇ ਤੁਸੀਂ ਮੈਨੂੰ ਪੀਣ ਲਈ ਨਾ ਦਿੱਤਾ, ਮੈਂ ਅਜਨਬੀ ਸਾਂ ਅਤੇ ਤੁਸੀਂ ਮੇਰਾ ਸਵਾਗਤ ਨਾ ਕੀਤਾ, ਮੈਂ ਨੰਗਾ ਸਾਂ ਅਤੇ ਤੁਸੀਂ ਮੈਨੂੰ ਕੱਪੜਿਆਂ ਨਾਲ ਨਾ ਕੱਜਿਆ, ਮੈਂ ਬਿਮਾਰ ਅਤੇ ਕੈਦ ਵਿੱਚ ਸਾਂ ਅਤੇ ਤੁਸੀਂ ਮੈਨੂੰ ਮਿਲਣ ਲਈ ਨਾ ਆਏ। ਤਦ ਉਹ ਵੀ ਉੱਤਰ ਦੇਣਗੇ, ਪ੍ਰਭੂ, ਅਸੀਂ ਕਦੋਂ ਤੁਹਾਨੂੰ ਭੁੱਖਾ ਜਾਂ ਪਿਆਸਾ ਜਾਂ ਅਜਨਬੀ ਜਾਂ ਨੰਗਾ ਜਾਂ ਬਿਮਾਰ ਜਾਂ ਕੈਦ ਵਿੱਚ ਵੇਖਿਆ ਅਤੇ ਤੁਹਾਡੀ ਸੇਵਾ ਨਹੀਂ ਕੀਤੀ? ਤਦ ਉਹ ਉਹਨਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਦੋਂ ਤੁਸੀਂ ਇਹਨਾਂ ਛੋਟੇ ਤੋਂ ਛੋਟੇ ਕਿਸੇ ਇੱਕ ਲਈ ਇਹ ਨਹੀਂ ਕੀਤਾ, ਤਾਂ ਤੁਸੀਂ ਮੇਰੇ ਲਈ ਨਹੀਂ ਕੀਤਾ। ਅਤੇ ਇਹ ਅਨੰਤ ਸਜ਼ਾ ਦੇ ਲਈ ਚਲੇ ਜਾਣਗੇ, ਪਰ ਧਰਮੀ ਅਨੰਤ ਜੀਵਨ ਵਿੱਚ ਦਾਖਲ ਹੋਣਗੇ। ਪ੍ਰਭੂ ਦੇ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ, ਰੋਜ਼ਾਂ ਦੇ ਵਿੱਚ ਸਾਨੂੰ ਪਾਕਮਾ ਕਲੀਸਿਆ ਦੇ ਰਾਹੀਂ ਵਚਨ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਪਛਤਾਵਾ ਕਰੋ, ਦਾਨ ਪੁੰਨ ਕਰੋ, ਦੁਆ ਕਰੋ ਅਤੇ ਰੋਜ਼ਾ ਰੱਖੋ। ਜਦੋਂ ਇਹਨਾਂ ਚੀਜ਼ਾਂ ਉੱਤੇ ਆਪਾਂ ਗਹਿਰਾਈ ਨਾਲ ਧਿਆਨ ਦਿੰਦੇ ਹਾਂ ਤਾਂ ਅਸੀਂ ਵੇਖਾਂਗੇ ਕਿ ਸਾਡੇ ਆਪਣੇ ਆਪ ਦੇ ਲਈ ਹਨ। ਅਸੀਂ ਆਪਣੇ ਆਪ ਦੇ ਸ਼ੁੱਧੀਕਰਨ ਲਈ ਇਹ ਸਭ ਕਰਦੇ ਹਾਂ। ਜੇਕਰ ਅਸੀਂ ਖੁਦਾ ਦੇ 10 ਹੁਕਮਾਂ ਦੀ ਪਾਲਣਾ ਕਰਦੇ ਹਾਂ ਤਾਂ ਉਹ ਵੀ ਅਸੀਂ ਇਸ ਖਿਆਲ ਨਾਲ ਕਰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਖੁਦਾ ਦੇ ਹੋਰ ਨੇੜੇ ਲੈ ਕੇ ਆਈਏ। ਪਰ ਅੱਜ ਜੋ ਅਸੀਂ ਖੁਦਾ ਦਾ ਵਚਨ ਪੜ੍ਹਿਆ ਹੈ, ਉਸ ਉੱਤੇ ਧਿਆਨ ਲਾਉਂਦੇ ਹੋਏ ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਇਹਨਾਂ ਤੋਂ ਵੀ ਵੱਧ ਬਹੁਤ ਕੁਝ ਕਰਨ ਦੀ ਲੋੜ ਹੈ। ਅੱਜ ਅਸੀਂ ਰਹਿਮ ਦੇ 7 ਜਿਸਮਾਨੀ ਕੰਮਾਂ ਉੱਤੇ ਵੀ ਧਿਆਨ ਲਾਉਂਦੇ ਹਾਂ,
ਭੁੱਖਿਆਂ ਨੂੰ ਰਜਾਉਣਾ, ਪਿਆਸਿਆਂ ਨੂੰ ਪਾਣੀ ਦੇਣਾ, ਨੰਗਿਆਂ ਨੂੰ ਕੱਜਣਾ, ਅਜਨਬੀਆਂ ਦਾ ਸਵਾਗਤ ਕਰਨਾ, ਬਿਮਾਰ ਅਤੇ ਜੋ ਕੈਦ ਵਿੱਚ ਹਨ ਉਹਨਾਂ ਦੀ ਖਬਰ ਲਈ ਜਾਣਾ। ਅਤੇ ਇਹਨਾਂ 6 ਕੰਮਾਂ ਦੇ ਵਿੱਚ ਪਾਕਮਾ ਕਲੀਸਿਆ ਇੱਕ ਹੋਰ ਰਹਿਮ ਦਾ ਕੰਮ ਐਡ ਕਰਦੀ ਹੈ, ਜੋੜਦੀ ਹੈ, ਉਹ ਹੈ ਮੁਰਦਿਆਂ ਨੂੰ ਦਫਨਾਉਣਾ। ਇਸ ਤਰ੍ਹਾਂ ਇਹ 7 ਰਹਿਮ ਦੇ ਜਿਸਮਾਨੀ ਕੰਮ ਹਨ ਜਿਹੜੇ ਅਸੀਂ ਖੁਦਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਵਚਨ ਦੀ ਪਾਲਣਾ ਕਰਦੇ ਹੋਏ ਨਾਲ ਇਹਨਾਂ ਕੰਮਾਂ ਨੂੰ ਵੀ ਕਰਦੇ ਹਾਂ ਜੋ ਸਾਡੇ ਲਈ ਨਹੀਂ ਸਗੋਂ ਸਾਡੇ ਤੋਂ ਬਾਹਰ ਦੂਜੇ ਲੋਕਾਂ ਲਈ ਹੈ। ਸ਼ਾਇਦ ਉਹ ਸਾਡੇ ਮਾਂ-ਬਾਪ ਹੋਣਗੇ, ਭੈਣ ਭਰਾ ਹੋਣਗੇ, ਪਰਿਵਾਰ ਦੇ ਮੈਂਬਰ ਹੋਣਗੇ, ਜਾਂ ਕਲੀਸਿਆ ਵਿੱਚ ਹੋਣਗੇ, ਜਾਂ ਸਾਡੇ ਸਮਾਜ ਵਿੱਚ ਹੋਣਗੇ, ਜਾਂ ਜਿੱਥੇ ਹੀ ਕਿਤੇ ਵੀ ਅਸੀਂ ਕਿਸੇ ਲੋੜਵੰਦ ਇਨਸਾਨ ਨੂੰ ਮਿਲਦੇ ਹਾਂ, ਸ਼ਾਇਦ ਉਹ ਭੁੱਖਾ ਹੋਵੇਗਾ ਜਾਂ ਪਿਆਸਾ ਹੋਵੇਗਾ, ਜਾਂ ਉਸ ਨੂੰ ਕੱਪੜੇ ਦੀ ਲੋੜ ਹੈ। ਬਹੁਤ ਸਾਰੀਆਂ ਜ਼ਰੂਰਤਾਂ ਇਸ ਤਰ੍ਹਾਂ ਹੋਣਗੀਆਂ। ਕੀ ਅਸੀਂ ਉਹਨਾਂ ਦੀ ਕਿਸੇ ਜ਼ਰੂਰਤ ਨੂੰ ਪੂਰਾ ਕਰਦੇ ਹਾਂ ਜਾਂ ਨਹੀਂ? ਯਾਨੀ ਕਿ ਪਛਤਾਵਾ ਕਰਨਾ ਸਾਡੀ ਆਪਣੀ ਲਈ ਹੈ, ਦੁਆ ਕਰਨਾ ਉਹ ਵੀ ਸਾਡੇ 'ਤੇ ਨਿਰਭਰ ਕਰਦਾ ਹੈ। ਰੋਜ਼ਾ ਰੱਖਣਾ ਜਾਂ ਨਹੀਂ ਰੱਖਣਾ, ਇੱਕ ਵੇਲੇ ਲਈ ਰੱਖਣਾ, 2 ਵੇਲੇ ਰੱਖਣਾ ਜਾਂ ਸਾਰੇ ਦਿਨ ਲਈ ਰੱਖਣਾ, ਉਹ ਵੀ ਸਾਡੀ ਆਪਣੀ ਮਰਜ਼ੀ ਹੈ। ਪ੍ਰਾਰਥਨਾ ਕਰਨੀ ਉਹ ਸਾਡੀ ਆਪਣੀ ਮਰਜ਼ੀ ਹੈ, ਸਾਡੇ ਆਪਣੇ ਆਪ ਦੇ ਲਈ ਹੈ। ਪਰ ਇਹ ਜੋ ਕੰਮ ਆ ਰਹਿਮ ਦੇ 7 ਜਿਸਮਾਨੀ ਕੰਮ, ਇਹ ਆਪਣੇ ਤੋਂ ਬਾਹਰ ਨਿਕਲ ਕੇ ਦੂਜਿਆਂ ਦੇ ਲਈ ਆ। ਫਿਰ ਪ੍ਰਭੂ ਸਾਨੂੰ ਕਹਿੰਦਾ ਹੈ ਕਿ ਜਦੋਂ ਤੁਸੀਂ ਉਹਨਾਂ ਦੀਆਂ ਲੋੜਾਂ ਨੂੰ ਵੇਖੋਗੇ, ਜ਼ਰੂਰਤਾਂ ਨੂੰ ਮਹਿਸੂਸ ਕਰੋਗੇ, ਤਾਂ ਤੁਸੀਂ ਜਦੋਂ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰੋਗੇ ਤਾਂ ਇਹ ਸਮਝ ਲੈਣਾ ਕਿ ਤੁਸੀਂ ਉਹਨਾਂ ਲਈ ਨਹੀਂ ਸਗੋਂ ਮੇਰੇ ਲਈ ਹੀ ਕਰ ਰਹੇ ਹੋ, ਕਿਉਂਕਿ ਮੈਂ ਉਹਨਾਂ ਦੇ ਵਿੱਚ ਵਾਸ ਕਰ ਰਿਹਾ ਹਾਂ। ਇਹ ਉਹਨਾਂ ਦੀ ਲੋੜ ਨਹੀਂ ਸਗੋਂ ਤੁਸੀਂ ਉਹਨਾਂ ਦੇ ਰੂਪ ਦੇ ਵਿੱਚ ਮੇਰੀ ਲੋੜ ਨੂੰ ਪੂਰਾ ਕਰ ਰਹੇ ਹੋ। ਫਿਰ ਆਪਾਂ ਕੀ ਬਣਾਂਗੇ? ਅਸੀਂ ਧਰਮੀ ਇਨਸਾਨ ਬਣਾਂਗੇ। ਅਤੇ ਫਿਰ ਜਦੋਂ ਅਸੀਂ ਧਰਮੀ ਬਣਾਂਗੇ, ਇਹ ਸਾਰੇ ਰਹਿਮ ਦੇ 7 ਜਿਸਮਾਨੀ ਕੰਮ ਕਰਦੇ ਹੋਏ, ਅਤੇ ਪ੍ਰਭੂ ਸਾਨੂੰ ਇੱਕ ਦਿਨ ਜੋ ਸਾਡਾ ਆਖਰੀ ਨਿਆਂ ਹੋਵੇਗਾ, ਇਹ ਕਹੇਗਾ, ਐ ਮੇਰੇ ਬਾਪ ਦੇ ਮੁਬਾਰਕ ਲੋਕੋ, ਆਵੋ ਅਤੇ ਸਵਰਗ ਰਾਜ ਦੇ ਵਿੱਚ ਪ੍ਰਵੇਸ਼ ਕਰੋ, ਜਿੱਥੇ ਸਾਰੇ ਧੰਨ ਮੁਬਾਰਕ ਲੋਕ ਹਨ, ਖੁਦਾ ਹੈ, ਫਰਿਸ਼ਤੇ ਹਨ, ਪਾਕ ਲੋਕ ਹਨ। ਉਹਨਾਂ ਦੀ ਸੰਗਤ ਵਿੱਚ ਸ਼ਾਮਲ ਹੋਣ ਲਈ ਪ੍ਰਭੂ ਸਾਨੂੰ ਅੱਜ ਦੇ ਵਚਨ ਦੇ ਰਾਹੀਂ ਸੱਦਾ ਦਿੰਦਾ ਹੈ ਕਿ ਅਸੀਂ ਵੀ ਉਹਨਾਂ ਦੀ ਸੰਗਤ ਵਿੱਚ ਸ਼ਾਮਲ ਹੋਈਏ, ਵਚਨ ਦੀ ਪਾਲਣਾ ਕਰਦੇ ਹੋਏ, ਦੁਆ ਕਰਦੇ ਹੋਏ, ਰੋਜ਼ੇ ਰੱਖਦੇ ਹੋਏ, ਦਾਨ ਪੁੰਨ ਕਰਦੇ ਹੋਏ, ਨਾਲੋਂ ਨਾਲ ਰਹਿਣ ਦੇਣਾ 7 ਜਿਸਮਾਨੀ ਕੰਮਾਂ ਨੂੰ ਪੂਰਾ ਕਰਦੇ ਹੋਏ ਅਸੀਂ ਪ੍ਰਭੂ ਯਿਸੂ ਨੂੰ ਆਪਣੇ ਲੋੜਵੰਦ ਭੈਣਾਂ ਭਰਾਵਾਂ ਦੇ ਰੂਪ ਦੇ ਵਿੱਚ ਪਹਿਚਾਨਣ ਦੀ ਕੋਸ਼ਿਸ਼ ਕਰੀਏ। ਆਓ ਅਸੀਂ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਧੰਨਵਾਦ ਕਰਦੇ ਹਾਂ ਇਸ ਦਿਨ ਦੇ ਲਈ, ਧੰਨਵਾਦ ਕਰਦੇ ਹਾਂ ਉਹਨਾਂ ਸਾਰੇ ਭੈਣਾਂ ਭਰਾਵਾਂ ਲਈ ਜੋ ਪ੍ਰਾਰਥਨਾ ਭਵਨ TV ਦੇ ਰਾਹੀਂ ਤੁਹਾਡੇ ਵਚਨ ਨਾਲ ਜੁੜੇ ਹੋਏ ਹਨ। ਐ ਪ੍ਰਭੂ, ਆਪਣੀ ਵਚਨ ਦੀ ਸ਼ਕਤੀ ਨਾਲ ਇਹਨਾਂ ਸਾਰੇ ਭੈਣਾਂ ਭਰਾਵਾਂ ਨੂੰ ਛੂ ਕੇ ਚੰਗੀ ਸਿਹਤ, ਤੰਦਰੁਸਤੀ ਪ੍ਰਦਾਨ ਕਰ। ਖਾਸ ਤੌਰ 'ਤੇ ਤੁਹਾਡੇ ਵਚਨਾਂ ਦੀ ਹੋਰ ਉਦਮੀ ਢੰਗ ਨਾਲ ਪਾਲਣਾ ਕਰਨ ਲਈ ਵਰਦਾਨ ਬਖਸ਼, ਅਤੇ ਨਾਲ ਹੀ ਦੂਜਿਆਂ ਦੀ ਸੇਵਾ ਕਰਨ ਦੀ ਭਾਵਨਾ ਸਾਡੇ ਸਾਰਿਆਂ ਦੇ ਵਿੱਚ ਪੈਦਾ ਕਰ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਖੁਦਾਵੰਦਾ ਸਾਡੀ ਸੁਣ ਦੁਆ,
ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੀ ਭਲੀ ਲਈ ਕਬੂਲ ਕਰੀ। ਐ ਪ੍ਰਭੂ, ਇਹ ਸ਼ਰਧਾ ਭਰੀ ਕੁਰਬਾਨੀ ਤੈਨੂੰ ਪ੍ਰਵਾਨਯੋਗ ਹੋਵੇ, ਤਾਂ ਜੋ ਤੇਰੀ ਕੁਦਰਤ ਨਾਲ ਇਹ ਸਾਡੇ ਜੀਵਨ ਦੇ ਤੌਰ ਤਰੀਕਿਆਂ ਨੂੰ ਪਾਕ ਕਰੇ ਅਤੇ ਸਾਡੇ ਲਈ ਮੇਲ ਮਿਲਾਪ ਅਤੇ ਮਾਫੀ ਦਾ ਵਰਦਾਨ ਲੈ ਕੇ ਆਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਹਰ ਸਾਲ ਤੂੰ ਸਾਨੂੰ ਇਹ ਆਨੰਦ ਭਰਿਆ ਸਮਾਂ ਦਿੰਦਾ ਹੈ ਤਾਂ ਜੋ ਇਸ ਵਿੱਚ ਅਸੀਂ ਨਵੀਨ ਕੀਤੇ ਮਨ ਅਤੇ ਦਿਲ ਨਾਲ ਪਾਸਕਾ ਭੇਦਾਂ ਨੂੰ ਸਹੀ ਢੰਗ ਨਾਲ ਮਨਾਉਣ ਦੀ ਤਿਆਰੀ ਕਰੀਏ। ਐ ਬਾਪ, ਤੂੰ ਸਾਨੂੰ ਆਪਣੀ ਪਿਆਰ ਭਰੀ ਭਗਤੀ ਦਾ ਜਜ਼ਬਾ ਦਿੰਦਾ ਹੈ ਅਤੇ ਆਪਣੀ ਗੁਆਂਢੀਆਂ ਦੀ ਪਿਆਰ ਭਰੀ ਸੇਵਾ ਹੋਰ ਉਦਮੀ ਢੰਗ ਨਾਲ ਕਰਨ ਦਾ ਫਜ਼ਲ ਦਿੰਦਾ ਹੈ। ਜਿਵੇਂ ਅਸੀਂ ਉਹਨਾਂ ਘਟਨਾਵਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਮਸੀਹ ਵਿੱਚ ਸਾਨੂੰ ਨਵਾਂ ਜੀਵਨ ਦਿੱਤਾ ਹੈ, ਤਾਂ ਤੂੰ ਸਾਡੇ ਵਿੱਚ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਸਰੂਪ ਨੂੰ ਪੂਰੀ ਤਰ੍ਹਾਂ ਢਾਲਦਾ ਹੈ। ਇਸ ਲਈ ਫਰਿਸ਼ਤਿਆਂ ਤੇ ਮਹਾਫਰਿਸ਼ਤਿਆਂ, ਸਵਰਗ ਦੇ ਸਾਰੇ ਸੰਤਾਂ ਅਤੇ ਸਾਰੇ ਸਵਰਗੀ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ऐ प्रभु तू सचमुच पवित्र है ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ
ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਸਰਾਨੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਟਿਗਨੈਲੋ, ਸਾਰੇ ਪ੍ਰੋਹਤਾ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨੂੰ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਸਨ ਯੂਸਫ ਦੇ ਨਾਲ, ਤਾਂ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲਤ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੱਕ। ਆਮੀਨ। ਆਓ ਅਸੀਂ ਪੂਰਨ ਭਰੋਸਾ ਰੱਖਦੇ ਹੋਏ ਉਹਨਾਂ ਸ਼ਬਦਾਂ ਵਿੱਚ ਉਸੇ ਹੀ ਪ੍ਰਾਰਥਨਾ ਨੂੰ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ
ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾਓ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾਓ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਂਹ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਤੋਂ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੁਝੇ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ।
ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਤੇਰੇ ਸਾਕਰਾਮੈਂਟ ਨੂੰ ਹਾਸਲ ਕਰਦੇ ਹੋਏ ਅਸੀਂ ਤਨ ਅਤੇ ਮਨ ਵਿੱਚ ਤੇਰੀ ਮਦਦ ਨੂੰ ਮਹਿਸੂਸ ਕਰੀਏ, ਤਾਂ ਜੋ ਦੋਹਾਂ ਵਿੱਚ ਮਹਿਫੂਜ਼ ਰਹਿੰਦੇ ਹੋਏ ਅਸੀਂ ਸਵਰਗੀ ਇਲਾਜ ਦੀ ਸੰਪੂਰਨਤਾ ਦੀ ਖੁਸ਼ੀ ਮਨਾਈਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੀ ਇਹ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੈਥੋਂ ਕਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਰਵੇ ਕਲਾਮ ਦੀ ਮਾਂ, ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਚਾਈ ਜਾਂਦਾ ਵੇਖੋ ਸਲੀਬ ਯਿਸੂ ਮੋਢੇ ਤੇ ਚਾਈ ਜਾਂਦਾ। ਪਾਪਾਂ ਦੀ ਕੈਦ ਵਿੱਚੋਂ ਪਾਪੀ ਛੁਡਾਈ ਜਾਂਦਾ। ਪਾਪਾਂ ਦੀ ਕੈਦ ਵਿੱਚੋਂ ਪਾਪੀ ਛੁਡਾਈ ਜਾਂਦਾ। ਚਾਈ ਜਾਂਦਾ। ਪਾਪਾ